ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਵ ਸਟੱਡੀ ਦੇ ਵਿੱਚ। ਸੋ ਹਾਜ਼ਰ ਹਾਂ ਤੁਹਾਡੇ ਲਈ ਆਪਣੀ ਅੱਜ ਦੀ ਨਵੀਂ ਕਲਾਸ ਲੈ ਕੇ। ਇਹ ਕਲਾਸ ਤੁਹਾਡੀ ਮੈਂਟਲ ਅਬਿਲਿਟੀ ਦੀ ਕਲਾਸ ਰਹੇਗੀ, ਰੀਜ਼ਨਿੰਗ ਦੀ। ਇਸ ਦੇ ਵਿੱਚ ਆਪਣਾ ਪਹਿਲਾ ਜੋ ਚੈਪਟਰ ਸੀਗਾ ਉਹ ਆਪਣਾ ਕੰਪਲੀਟ ਹੋ ਚੁੱਕਿਆ ਸੀਗਾ, ਅਲਫਾਨੁਮੈਰਿਕ ਸੀਰੀਜ਼ ਦਾ ਜੋ ਆਪਾਂ ਨੇ ਸਟਾਰਟ ਕੀਤਾ ਸੀਗਾ। ਉਸ ਤੋਂ ਬਾਅਦ ਜੋ ਆਪਣੀ ਅੱਜ ਦੀ ਕਲਾਸ ਰਹੇਗੀ ਉਹ ਰਹੇਗੀ ਕੋਡਿੰਗ ਡਿਕੋਡਿੰਗ ਦੇ ਬਾਰੇ। ਕੋਡਿੰਗ ਡਿਕੋਡਿੰਗ ਅਗਲਾ ਆਪਣਾ ਚੈਪਟਰ ਹੈਗਾ ਉਸ ਦਾ ਮੈਂਟਲ ਅਬਿਲਿਟੀ ਦਾ। ਕੋਡਿੰਗ ਦੇ ਵਿੱਚ ਤੁਹਾਨੂੰ ਆਪਾਂ ਰੀਜ਼ਨਿੰਗ ਦਾ ਸਾਰਾ ਟੌਪਿਕ ਕੰਪਲੀਟ ਕਰਵਾਵਾਂਗੇ। ਜਿਵੇਂ ਅਲਫਾਨੁਮੈਰਿਕ ਦਾ ਹੋ ਗਿਆ, ਆਪਾਂ ਬੇਸਿਕ ਤੋਂ ਲੈ ਕੇ ਚੱਲੇ ਸੀਗੇ। ਇਸੇ ਤਰ੍ਹਾਂ ਕੋਡਿੰਗ ਡਿਕੋਡਿੰਗ ਦੇ ਵਿੱਚ ਆਪਾਂ ਬੇਸਿਕ ਤੋਂ ਇੱਕ ਇੱਕ ਪੁਆਇੰਟ ਲੈ ਕੇ ਚੱਲਾਂਗੇ ਤਾਂ ਕਿ ਜਿਹੜੇ ਵੀ ਬਿਗਿਨਰਸ ਨੇ, ਜਿਨ੍ਹਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਕੋਡਿੰਗ ਡਿਕੋਡਿੰਗ ਹੁੰਦੀ ਕੀ ਹੈ ਅਤੇ ਰੀਜ਼ਨਿੰਗ ਦੇ ਬਾਰੇ ਕੁਛ ਵੀ ਨਹੀਂ ਪਤਾ, ਉਹਨਾਂ ਨੂੰ ਅੱਜ ਦੀ ਕਲਾਸ ਬਹੁਤ ਵਧੀਆ ਲੱਗੇਗੀ। ਉਹਨਾਂ ਦੇ ਲਈ ਬੈਨੀਫਿਸ਼ਰੀ ਰਹੇਗੀ ਇਹ ਕਲਾਸ ਆਪਣੀ। ਅਤੇ ਜੋ ਬੱਚੇ ਅੱਜ ਤੱਕ ਕੋਡਿੰਗ ਡਿਕੋਡਿੰਗ ਨੂੰ ਨਹੀਂ ਸਮਝ ਪਾਏ, ਆਪਣੀ ਅੱਜ ਦੀ ਕਲਾਸ ਦੇ ਨਾਲ ਸਮਝ ਜ਼ਰੂਰ ਜਾਣਗੇ ਉਹ, ਅਤੇ ਉਹਨਾਂ ਨੂੰ ਪਤਾ ਵੀ ਲੱਗੇਗਾ ਕਿ ਇਹ ਆਪਣੇ ਲਈ ਕਿਉਂ ਜ਼ਰੂਰੀ ਹੈ ਅਤੇ ਕਿੰਨਾ ਪੇਪਰਾਂ ਦੇ ਵਿੱਚ ਕੰਮ ਆਵੇਗੀ। ਸਭ ਕੁਛ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਇਸ ਦੇ ਵਿੱਚੋਂ ਪ੍ਰਸ਼ਨ ਬਣਨੇ ਨੇ, ਸਭ ਕੁਛ ਤੁਹਾਨੂੰ ਪਤਾ ਲੱਗੇਗਾ। ਸੋ ਜਿਹੜੇ ਬੱਚੇ ਅੱਜ ਦੀ ਕਲਾਸ ਦੇ ਨਾਲ ਆਪਣੇ ਚੈਨਲ ਦੇ ਨਾਲ ਜੁੜੇ ਨੇ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਲਈ ਉਹਨਾਂ ਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਏ। ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ। ਸੋ ਜੋ ਬੱਚੇ ਆਪਾਂ ਅੱਜ ਤੱਕ ਇਹ ਸਮਝਦੇ ਰਹਿੰਦੇ ਹਾਂ ਕਿ ਆਪਾਂ ਜੋ ਕੁਝ ਪੜ੍ਹ ਰਹੇ ਹਾਂ ਇਹ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਤਾਂ ਨਹੀਂ ਆਉਂਦਾ, ਮਤਲਬ ਕਿ ਜਿਵੇਂ ਕਹਿ ਦਿੰਦੇ ਆਪਾਂ ਮੈਥ ਦੇ ਵਿੱਚ ਸਾਈਨ ਥੀਟਾ ਕੋਸ ਥੀਟਾ ਆਪਾਂ ਕਰਦੇ ਹਾਂ, ਉਹ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕੰਮ ਨਹੀਂ ਆਉਂਦਾ, ਆਪਾਂ ਬਸ ਇੱਕ ਵਾਰ ਪੜ੍ਹ ਲੈਂਦੇ ਹਾਂ। ਇਹ ਤੁਹਾਨੂੰ ਅੱਜ ਦੱਸਦੇ ਹਾਂ ਆਪਾਂ ਕੰਮ ਆਉਂਦਾ ਹੈ ਜਾਂ ਨਹੀਂ। ਇਹ ਕੋਡਿੰਗ ਡਿਕੋਡਿੰਗ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਦੇਖੋ, ਜਿਵੇਂ ਕਿ ਆਪਾਂ ਮੰਨ ਲਓ ਕੋਈ ਆਪਾਂ ਜੋਬ ਦੇ ਵਿੱਚ ਹਾਂ, ਬੈਂਕ ਦੇ ਵਿੱਚ ਵੀ ਲਾ ਲਓ ਜੋਬ ਕਰ ਰਿਹਾ ਵਿਅਕਤੀ, ਉੱਥੇ ਕੋਈ ਇਸ ਤਰ੍ਹਾਂ ਦਾ ਆਪਾਂ ਨੇ ਕੋਈ ਸੰਦੇਸ਼ ਭੇਜਣਾ ਹੈਗਾ ਕੋਡਿੰਗ ਦੇ ਵਿੱਚ ਕਿ ਉਸ ਨੂੰ ਆਮ ਵਿਅਕਤੀ ਨਾ ਸਮਝ ਸਕੇ। ਮਤਲਬ ਕਿ ਇੱਕ ਸੀਕਰੇਟ ਗੱਲ ਆਪਾਂ ਨੇ ਇੱਕ ਲਵੇ ਵਾਲੇ ਆਪਣੇ ਨਾਲ ਦੇ ਵਿਅਕਤੀ ਤੋਂ ਦੂਜੇ ਨਾਲ ਦੇ ਵਿਅਕਤੀ ਤੱਕ ਇਸ਼ਾਰੇ ਰਾਹੀਂ ਕੋਈ ਕੋਡਿੰਗ ਰਾਹੀਂ ਜਾਂ ਇਸ ਤਰ੍ਹਾਂ ਗੱਲ ਆਪਾਂ ਨੇ ਪਹੁੰਚਾਉਣੀ ਹੈ, ਤਾਂ ਉਹ ਕੋਡਿੰਗ ਡਿਕੋਡਿੰਗ ਦੇ ਰਾਹੀਂ ਭੇਜੀ ਜਾਂਦੀ ਹੈਗੀ। ਜਿਵੇਂ ਕਿ ਉਹ ਆਪਾਂ ਨੂੰ ਕਿਸੇ ਵੀ ਵਿਅਕਤੀ ਨੂੰ ਜੋਬ ਦੇ ਵਿੱਚ ਇਸ ਲਈ ਰੱਖਦੇ ਨੇ ਆਪਣਾ ਮਾਇੰਡ ਚੈੱਕ ਕਰਨ ਵਾਸਤੇ ਕਿ ਆਪਣਾ ਮਾਇੰਡ ਕਿੰਨਾ ਕੁ ਸ਼ਾਰਪ ਹੈ, ਕਿ ਕਿੱਥੇ ਤੱਕ ਕੰਮ ਕਰ ਸਕਦਾ ਹੈਗਾ। ਇਸ ਤਰ੍ਹਾਂ ਉਹ ਆਪਾਂ ਨੂੰ ਦੇਖਦੇ ਆ, ਅਤੇ ਇਸ ਤਰ੍ਹਾਂ ਆਪਣਾ ਮਾਇੰਡ ਇੰਨਾ ਸ਼ਾਰਪ ਹੋਣਾ ਚਾਹੀਦਾ ਹੈ ਕਿ ਆਪਾਂ ਕੋਡਿੰਗ ਦੇ ਵਿੱਚ ਵੀ ਗੱਲ ਕਰ ਸਕੀਏ ਇੱਕ ਮੁਲਾਜ਼ਮ ਤੋਂ ਦੂਜੇ ਮੁਲਾਜ਼ਮ ਦੇ ਨਾਲ, ਤਾਂ ਕਿ ਆਮ ਕਸਟਮਰ ਜੋ ਆਪਣੇ ਬੈਂਕ ਦੇ ਵਿੱਚ ਹੀ ਲਾ ਲਓ, ਜੋ ਇੱਕ ਵਿਅਕਤੀ ਪੈਸੇ ਕਢਵਾਉਣ ਆਏਗਾ ਉਸ ਨੂੰ ਦੋ ਮੁਲਾਜ਼ਮਾਂ ਦੀ ਗੱਲ ਸਮਝ ਨਾ ਆਵੇ ਵੀ ਉਹ ਕੀ ਗੱਲ ਕਰ ਰਹੇ ਨੇ ਆਪਸ ਦੇ ਵਿੱਚ, ਉਹ ਕੋਡਿੰਗ ਦੇ ਵਿੱਚ ਗੱਲ ਕਰ ਸਕਣ ਵੀ ਇਹੋ ਜਿਹਾ ਮਾਇੰਡ ਜ਼ਰੂਰ ਹੋਣਾ ਚਾਹੀਦਾ ਹੈਗਾ ਇੱਕ ਜੋਬ ਲੈਣ ਵਾਲੇ ਵਿਅਕਤੀ ਦਾ। ਸੋ ਇਸ ਕਰਕੇ ਹੀ ਆਪਾਂ ਨੂੰ ਇਸ ਸਿਲੇਬਸ ਦੇ ਵਿੱਚ ਇਹੋ ਜਿਹੇ ਟੌਪਿਕ ਦਿੱਤੇ ਗਏ ਨੇ। ਦੇਖੋ, ਕੋਡਿੰਗ ਦੇ ਵਿੱਚ ਆਪਾਂ ਜਿਵੇਂ ਕਿ ਮੰਨ ਲਓ ਕਿਸੇ ਵਿਅਕਤੀ ਦਾ ਨਾਮ ਹੈਗਾ ਰਾਮ। ਜੇ ਇੱਕ ਵਿਅਕਤੀ ਨੇ, ਇੱਕ ਮੁਲਾਜ਼ਮ ਨੇ ਦੂਜੇ ਵਿਅਕਤੀ ਨੂੰ, ਆਪਣੇ ਦੂਜੇ ਮੁਲਾਜ਼ਮ ਨੂੰ ਦੱਸਣਾ ਹੋਵੇ ਵੀ ਰਾਮ ਦੇ ਨਾਲ ਵੀ ਇਹ ਗੱਲਬਾਤ ਹੈ, ਕੋਈ ਕੋਡਿੰਗ ਦੇ ਵਿੱਚ ਕੁਛ ਨਾ ਕੁਛ ਸੰਦੇਸ਼ ਦੇਣਾ ਹੋਵੇ, ਤਾਂ ਉਹ ਇਸ ਤਰ੍ਹਾਂ ਨਹੀਂ ਕਹੇਗਾ ਰਾਮ, ਤਾਂ ਉਹ ਸਾਹਮਣੇ ਖੜੇ ਵਿਅਕਤੀ ਨੂੰ ਵੀ ਪਤਾ ਲੱਗ ਜਾਏਗਾ ਕਿ ਰਾਮ ਦੇ ਬਾਰੇ ਗੱਲ ਕਰ ਰਿਹਾ। ਪਰ ਉਹ ਕੋਡਿੰਗ ਦੇ ਵਿੱਚ ਕੋਈ ਇਸ ਚੀਜ਼ ਨੂੰ ਇਹੋ ਜਿਹੇ ਕੋਡ ਦੇ ਵਿੱਚ ਬਦਲ ਕੇ ਦੱਸੇਗਾ ਕਿ ਉਹ ਸਾਹਮਣੇ ਵਾਲੇ ਨੂੰ, ਸਾਹਮਣੇ ਨਾਲ ਦੇ ਮੁਲਾਜ਼ਮ ਨੂੰ ਵੀ ਸਹੀ ਸਮਝ ਆ ਜਾਏ, ਪਰ ਜਿਹਦੇ ਬਾਰੇ ਉਹ ਗੱਲ ਕਰ ਰਹੇ ਨੇ ਉਹਨੂੰ ਨਾ ਪਤਾ ਲੱਗੇ। ਸੋ ਇਹੀ ਕੁਝ ਆਪਣਾ ਕੋਡਿੰਗ ਡਿਕੋਡਿੰਗ ਦੇ ਵਿੱਚ ਰਹਿਣ ਵਾਲਾ ਹੈਗਾ। ਤੁਹਾਨੂੰ ਬਿਲਕੁਲ ਬੇਸਿਕ ਤੋਂ ਆਪਣੀ ਅੱਜ ਦੀ ਇਹ ਕਲਾਸ ਸਟਾਰਟ ਕਰਵਾਵਾਂਗੇ। ਸੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਆਪਣੀ ਨੋਟਬੁੱਕਸ ਲੈ ਕੇ ਬੈਠ ਜਾਓ ਅਤੇ ਇੱਕ ਇੱਕ ਪੁਆਇੰਟ ਨੂੰ ਨੋਟ ਕਰਦੇ ਰਹੋ। ਸੋ ਜ਼ਿਆਦਾ ਸਮਾਂ ਨਾ ਲੈਂਦਿਆਂ ਵੱਧਦੇ ਹਾਂ ਆਪਣੀ ਅੱਜ ਦੀ ਕਲਾਸ ਦੇ ਵੱਲ। ਦੇਖੋ, ਇਹ ਜੋ ਆਪਣੀ ਕੋਡਿੰਗ ਡਿਕੋਡਿੰਗ ਦੀ ਕਲਾਸ ਰਹੇਗੀ, ਇਹ ਪਹਿਲੀ ਵਾਰ ਤਾਂ ਨੰਬਰਸ 'ਤੇ ਬੇਸਡ ਰਹੇਗੀ ਅਤੇ ਇਸ ਦੇ ਨਾਲ ਹੀ ਅਲਫਾਬੈਟ 'ਤੇ ਬੇਸਡ ਰਹੇਗੀ। ਇਸ ਦੇ ਵਿੱਚ ਦੋ ਤਰ੍ਹਾਂ ਦੇ ਹੀ ਪ੍ਰਸ਼ਨ ਬਣਨਗੇ, ਇੱਕ ਤਾਂ ਨੰਬਰਸ ਨਾਲ ਅਤੇ ਦੂਜਾ ਅਲਫਾਬੈਟਸ ਦੇ ਨਾਲ। ਬਸ ਇਹ ਦੋ ਚੀਜ਼ਾਂ ਨੇ। ਜਿਵੇਂ ਕਿ ਪਹਿਲਾਂ ਸਿੰਬਲ ਵਗੈਰਾ ਆਪਾਂ ਯੂਜ਼ ਕਰਦੇ ਰਹੇ ਹਾਂ, ਇਸ ਦੇ ਵਿੱਚ ਬਸ ਨੰਬਰਸ 'ਤੇ ਬੇਸਡ ਹੋਣਗੇ ਜਾਂ ਅਲਫਾਬੈਟ 'ਤੇ। ਦੇਖੋ, ਇੱਕ ਚੀਜ਼ ਦੇ ਕੋਡਿੰਗ ਦਿੱਤੀ ਹੋਏਗੀ, ਜਿਵੇਂ ਕਿ ਤੁਸੀਂ ਨੇ ਪੇਪਰਾਂ ਦੇ ਵਿੱਚ ਦੇਖੀ ਹੋਏਗਾ ਕਿ ਮੇਜ਼ ਨੂੰ ਕੁਰਸੀ ਕਹਿੰਦੇ ਹਨ, ਕੁਰਸੀ ਨੂੰ ਬਲੈਕ ਬੋਰਡ ਕਹਿੰਦੇ ਹਨ। ਤਾਂ ਦੱਸੋ ਕਿ ਆਪਾਂ ਕੁਰਸੀ ਨੂੰ ਮੇਜ਼ ਕਹਿੰਦੇ ਹਨ, ਮੇਜ਼ ਨੂੰ ਕੁਰਸੀ ਕਹਿੰਦੇ ਹਨ, ਅਤੇ ਡਸਟਰ ਨੂੰ
ਝਾਕ ਕਹਿੰਦੇ ਹਨ। ਤੁਹਾਨੂੰ ਦੱਸੋ ਬਲੈਕ ਬੋਰਡ ਕਿਸ ਦੇ ਨਾਲ ਸਾਫ਼ ਕਰਦੇ ਹਾਂ, ਹੈ ਨਾ। ਇਹੋ ਜਿਹੇ ਦੇਖੇ ਹੋਣਗੇ ਤੁਸੀਂ ਨੇ, ਹਾਸੀ ਵੀ ਆਉਂਦੀ ਹੈ ਇਹ ਜਿਹੇ ਸਵਾਲਾਂ 'ਤੇ, ਪਰ ਇਹੋ ਜਿਹੇ ਸਵਾਲਾਂ ਦਾ ਕੋਈ ਮੀਨਿੰਗ ਹੁੰਦਾ ਹੈਗਾ, ਉਹ ਤੁਹਾਨੂੰ ਇਸ ਕਲਾਸ 'ਤੇ ਮਤਲਬ ਇਸ ਟੌਪਿਕ ਦੇ ਵਿੱਚ ਪਤਾ ਲੱਗਣਗੇ। ਇਹੋ ਜਿਹੇ ਸਵਾਲ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ ਇਸ ਤੋਂ ਬਾਅਦ, ਜੇਕਰ ਤੁਸੀਂ ਅੱਜ ਦੀ ਕਲਾਸ ਲਗਾ ਲਓ। ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਜਮਾਂ ਬੇਸਿਕ ਦੱਸਾਂਗੇ, ਇਸ ਤੋਂ ਬਾਅਦ ਇਸ 'ਤੇ ਆਉਣ ਵਾਲੇ ਪ੍ਰਸ਼ਨ ਦੇ ਬਾਰੇ ਆਪਾਂ ਡੀਪਲੀ ਜਾਂਦੇ ਰਹਾਂਗੇ। ਚਲੋ ਦੇਖਦੇ ਹਾਂ। ਅਲਫਾਬੈਟ ਦੇ ਬਾਰੇ ਗੱਲ ਕਰਦੇ ਹਾਂ ਆਪਾਂ ਪਹਿਲਾਂ। ਅਲਫਾਬੈਟਸ ਜੋ ਦੇਖੋ, ਤੁਹਾਨੂੰ ਅਲਫਾਬੈਟਸ ਦਿੱਤੇ ਹੁੰਦੇ ਨੇ ABC ਦੇ ਵਿੱਚ 26 ਅੱਖਰ ਹੁੰਦੇ ਨੇ, ਆਪਾਂ ਨੂੰ ਸਭ ਨੂੰ ਪਤਾ ਹੈਗਾ ਇਹ। ਪਰ ਇਹ 26 ਅੱਖਰਾਂ ਦਾ ਆਪਾਂ ਨੂੰ ਰੈਂਕ ਵੀ ਪਤਾ ਹੋਣਾ ਚਾਹੀਦਾ ਹੈ ਕਿ A ਹੈਗਾ 1 ਨੰਬਰ 'ਤੇ ਹੁੰਦਾ ਹੈ, B 2 ਨੰਬਰ 'ਤੇ ਹੁੰਦਾ ਹੈ, C 3 'ਤੇ, 4 'ਤੇ, 5, 6, 7, 8, 9, 10, 11, 12, 13, 14, 15, ਇਹ 16 'ਤੇ, 17, 18, 19, 20, 21, 22, 23, 24, 25 ਅਤੇ 26 'ਤੇ। ਇਸ ਤਰ੍ਹਾਂ ਆਪਾਂ ਨੂੰ ਅਲਫਾਬੈਟਸ ਇੰਗਲਿਸ਼ ਦੇ ਜੋ ਸਾਰੇ ਅੱਖਰਾਂ ਨੇ, ਦੇਖੋ ਨੰਬਰਸ ਦਾ ਵੀ ਇਹਨਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਨੇ ਨੰਬਰ 'ਤੇ ਆ ਰਿਹਾ ਹੈਗਾ। ਇਸ ਤੋਂ ਬਾਅਦ ਇਹਨਾਂ ਦਾ ਤਾਂ ਆਪਾਂ ਪਤਾ ਕਰ ਲਾਂਗੇ, ਇਹ ਇੱਕ ਸੀਰੀਜ਼ ਦੇ ਵਿੱਚ ਹੁੰਦੇ ਨੇ। ਇਸ ਤੋਂ ਬਾਅਦ ਆਪਾਂ ਨੂੰ ਬੈਕਵਰਡ ਸੀਰੀਜ਼ ਦੇ ਵਿੱਚ ਇਹਨਾਂ ਦਾ ਰਿਵਰਸ ਵੀ ਪਤਾ ਹੋਣਾ ਚਾਹੀਦਾ ਹੈਗਾ। ਮਤਲਬ ਕਿ ਜੇਕਰ Z ਨੂੰ ਆਪਾਂ ਪਹਿਲਾ ਅੱਖਰ ਮੰਨ ਲਈਏ, Y ਨੂੰ ਦੂਜਾ, X ਨੂੰ, ਜਿਵੇਂ ਕਿ ਆਪਾਂ ਗਿਣਤੀ ਪੜ੍ਹਦੇ ਹੁੰਦੇ ਹਾਂ 1 2 3 4 5, ਉਸ ਤੋਂ ਬਾਅਦ ਆਪਾਂ ਉਲਟੀ ਗਿਣਤੀ ਵੀ ਲਿਖਦੇ ਹੁੰਦੇ ਸੀਗੇ ਛੋਟੇ ਹੁੰਦੇ, 99 98 97 96 95, ਐਵੇਂ। ਇਸੇ ਤਰ੍ਹਾਂ ਅਲਫਾਬੈਟ ਸੀਰੀਜ਼ ਹੈਗੀ ਜਿਹੜੀ ਇਹ, ਇਸ ਨੂੰ ਵੀ ਆਪਾਂ ਨੂੰ ਉਲਟ ਦੇ ਵਿੱਚ ਵੀ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜੇ Z ਨੂੰ 1 ਮੰਨ ਲਿਆ ਜਾਏ, Y ਨੂੰ 2 ਮੰਨ ਲਿਆ ਜਾਏ, ਤਾਂ ਇਸ ਲੋਟ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਵਾਂ ਨੰਬਰ ਕਿੰਨਵੇਂ ਨੰਬਰ 'ਤੇ ਆਉਂਦਾ ਹੈਗਾ, ਕਿਹੜਾ ਅੱਖਰ ਕਿੰਨਵੇਂ ਨੰਬਰ 'ਤੇ ਆਉਂਦਾ ਹੈਗਾ। ਅਤੇ ਜੇਕਰ ਇਹਨਾਂ ਨੂੰ ਸਹੀ ਸੀਰੀਜ਼ ਦੇ ਵਿੱਚ ਲਿਖਿਆ ਜਾਵੇ ABCD, ਜਿਵੇਂ ਕਿ ਤੁਹਾਨੂੰ ਆਪਾਂ ਸਕਰੀਨ 'ਤੇ ਲਿਖ ਕੇ ਦਿਖਾਇਆ ਹੈਗਾ, ਐਵੇਂ ਵੀ ਆਪਾਂ ਨੂੰ ਯਾਦ ਹੋਣਾ ਚਾਹੀਦਾ ਹੈ। ਐਵੇਂ ਨਾ ਹੋਵੇ ਕਿ ਆਪਾਂ ਪੇਪਰ ਦੇ ਵਿੱਚ ਇਹਨਾਂ ਨੂੰ ਲਿਖਣ ਲੱਗ ਜਾਈਏ ਅਤੇ ਆਪਣਾ 5-7 ਮਿੰਟ ਖਰਾਬ ਹੋ ਜਾਣਾ। ਐਵੇਂ ਇਹ ਤੁਹਾਨੂੰ ਇੱਕ ਯਾਦ ਹੋਣੇ ਚਾਹੀਦੇ ਨੇ, ਬਸ ਆਪਾਂ ਨੂੰ ਦੇਖਣ ਤੋਂ ਹੀ ਪਤਾ ਲੱਗ ਜੇ। ਪੇਪਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿਵੇਂ ਲਿਖਿਆ ਜਾ ਸਕਦਾ ਹੈਗਾ। ਜਿਵੇਂ ਤੁਹਾਨੂੰ ਕਹਿ ਦੇਣਾ ਬੈਡ, BAD ਹੈਗਾ, ਤੁਹਾਨੂੰ 1 2 3 4 5, ਇਹ ਤੁਹਾਨੂੰ ਪਹਿਲੇ 5 ਅੱਖਰਾਂ ਦਾ ਪਤਾ ਹੈਗਾ। ਅਤੇ ਪੇਪਰ ਦੇ ਵਿੱਚ BAD ਲਿਖਿਆ ਹੋਇਆ ਆ ਜੇ ਤਾਂ ਇਸ ਨੂੰ ਕਹਿਣਗੇ ਤੁਸੀਂ ਇਸ ਨੂੰ ਨੰਬਰਸ ਦੇ ਵਿੱਚ ਤਬਦੀਲ ਕਰੋ। ਕਿਵੇਂ ਕਰੋਗੇ? B ਕਿੰਨਵਾਂ ਅੱਖਰ ਹੈਗਾ? ਦੂਜਾ। A ਕਿੰਨਵਾਂ ਹੈਗਾ? ਪਹਿਲਾ। ਤਾਂ D ਕਿੰਨਵਾਂ ਹੈ? ਚੌਥਾ। ਆ ਦੇਖੋ, ਇਸ ਤਰ੍ਹਾਂ ਇਸ ਦੀ ਕੋਡਿੰਗ ਬਣ ਗਈ ਇਹ। ਇਸ ਤਰ੍ਹਾਂ ਦੇ ਹੀ ਤੁਹਾਨੂੰ ਪੇਪਰ ਦੇ ਵਿੱਚ ਪ੍ਰਸ਼ਨ ਆਉਣਗੇ, ਪਰ ਇਹ ਬਿਲਕੁਲ ਬੇਸਿਕ ਹੈ। ਇਸ ਤੋਂ ਔਖੇ ਦੇ ਵੱਲ ਔਖਾ ਹੋਰ ਔਖੇ ਆਉਂਦੇ ਜਾਣਗੇ। ਇਹ ਸਭ ਤੋਂ ਸੌਖਾ ਸਵਾਲ ਬਣ ਰਹੇਗਾ ਜੋ ਕੋਡਿੰਗ ਡਿਕੋਡਿੰਗ ਦੇ ਵਿੱਚ ਹੁੰਦਾ ਹੈ। ਇਸ ਤੋਂ ਸੌਖਾ ਤੁਹਾਨੂੰ ਕੋਈ ਪ੍ਰਸ਼ਨ ਨਹੀਂ ਮਿਲੇਗਾ। ਜਿਹੜੇ ਅਗਲੇ ਹੋਣਗੇ ਉਹ ਇਸ ਤੋਂ ਔਖੇ ਵੱਲ ਵਧਣਗੇ। ਸੋ ਤੁਹਾਨੂੰ ਇਸ ਪ੍ਰਸ਼ਨ ਨੇ ਦੱਸ ਹੀ ਦਿੱਤਾ ਹੋਣਾ ਕਿ ਕੋਡਿੰਗ ਡਿਕੋਡਿੰਗ ਹੁੰਦਾ ਕੀ ਹੈ। ਮਤਲਬ ਕਿ ਜੋ ਇੰਗਲਿਸ਼ ਦੇ ਅੱਖਰ ਨੇ ਉਹਨਾਂ ਨੂੰ ਨੰਬਰਸ ਦੇ ਵਿੱਚ ਕਿਵੇਂ ਬਦਲਿਆ ਜਾਂਦਾ ਹੈ, ਇਹ ਤਾਂ ਆਪਾਂ ਨੇ ਨੰਬਰਸ ਦੇ ਵਿੱਚ ਤਾਂ ਦੱਸਤਾ। ਇਸ ਤੋਂ ਬਾਅਦ ਇਸ ਨੂੰ ਅਲਫਾਬੈਟ ਦੇ ਵਿੱਚ ਵੀ ਬਦਲਿਆ ਜਾ ਸਕਦਾ ਹੈਗਾ। ਦੇਖੋ, ਜੇਕਰ ABCDEF ਇਹ ਆਪਣੇ ਸਿੱਧੀ ਲਿਖ ਲਈ ABC, ਜਦੋਂ ਪੁੱਠੀ ABC ਲਿਖਦੇ ਹਾਂ, ਪੁੱਠੀ ABC ਦੇਖੋ, ਜੇਕਰ ਪੁੱਠੀ ABC ਲਿਖੋ, Z ਨੂੰ ਪਹਿਲਾ ਅੱਖਰ ਮੰਨਾਂਗੇ, Y ਨੂੰ ਆਪਾਂ ਦੂਜਾ ਮੰਨਦੇ ਹਾਂ। ਦੇਖੋ, ਜਿਵੇਂ ਤੁਹਾਨੂੰ ਇੱਥੇ ਦੱਸਿਆ ਸੀਗਾ, ਆ Y ਹੈਗਾ, Y ਨੂੰ ਦੂਜਾ ਅੱਖਰ ਹੁੰਦਾ ਤਾਂ ਇੱਥੇ Y, ਪਹਿਲਾ ਅੱਖਰ Z ਹੋਊਗਾ ਅਤੇ D ਚੌਥਾ ਅੱਖਰ ਹੈਗਾ। ਇੱਥੋਂ ਚੌਥਾ ਅੱਖਰ 1 2 3 4, ਇੱਥੇ W। ਇਹ ਕੋਡ ਵੀ ਦਿੱਤਾ ਜਾ ਸਕਦਾ ਹੈ ਬੈਟ ਨੂੰ, ਪਰ ਜੇਕਰ ਨੰਬਰਸ ਦੇ ਵਿੱਚ ਕਿਹਾ ਤਾਂ ਇਹ, ਜੇਕਰ ਰਿਵਰਸ ਅੱਖਰਾਂ ਦੇ ਵਿੱਚ ਕਿਹਾ ਤਾਂ YZW ਹੋਵੇਗਾ। ਸੋ ਤੁਸੀਂ ਇਹਨਾਂ ਨੂੰ ਯਾਦ ਕਿਵੇਂ ਕਰਨਾ ਹੈਗਾ, ਇਹ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਤੁਹਾਨੂੰ ਇਹੀ ਦੱਸਣਾ ਹੈ ਕਿ ਤੁਸੀਂ ਨੇ ਕੋਈ ਇੱਕ ਆਨਸਰ ਜੇ ਤੁਹਾਨੂੰ ਪੁੱਛਿਆ ਜਾਵੇ ਕਿ A ਕਿੰਨਵੇਂ ਨੰਬਰ 'ਤੇ ਆ, 1 ਨੰਬਰ 'ਤੇ ਜੀ, ਤੁਹਾਨੂੰ ਇਹ ਨਾ ਸੋਚਣਾ ਪਵੇ ਕਿ 1 2 ਐਵੇਂ ਨਾ ਪੜ੍ਹਨਾ ਪਵੇ ਤੁਹਾਨੂੰ, ਬਸ ਤੁਹਾਨੂੰ ਸਿੱਧਾ ਪਤਾ ਲੱਗੇ ਵੀ 99 ਨੰਬਰ 'ਤੇ ਹੈ।
ਅੱਜ ਦੇ ਲੈਕਚਰ ਦੇ ਵਿੱਚ ਬਸ ਤੁਹਾਨੂੰ ਇਹੀ ਯਾਦ ਕਰਵਾਉਣਾ ਆਪਾਂ ਨੇ। ਇਹ ਵੀ ਇੰਨੇ ਈਜ਼ੀ ਟ੍ਰਿਕ ਦੇ ਨਾਲ ਯਾਦ ਕਰਵਾਵਾਂਗੇ ਕਿ ਤੁਸੀਂ ਨੇ ਟ੍ਰਿਕ ਨਹੀਂ ਦੇਖੀ ਹੋਵੇਗੀ ਇਹ ਜੀ। ਬਸ ਇਸ ਤੋਂ ਬਾਅਦ ਅਗਲੀ ਕਲਾਸ ਜੋ ਆਪਣੀ ਹੋਵੇਗੀ ਉਸ ਦੇ ਵਿੱਚ ਤੁਹਾਨੂੰ ਇਸ ਦੇ ਨਾਲ ਦੇ ਪ੍ਰਸ਼ਨ ਦੱਸਿਆ ਜਾਵੇਗਾ ਕਿ ਕਿੱਥੋਂ ਕਿਸ ਤਰ੍ਹਾਂ ਦੇ ਪ੍ਰਸ਼ਨ ਬਣਨਗੇ, ਕਿਉਂਕਿ ਜੇਕਰ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਕਿ ਕਿੰਨਵੇਂ ਨੰਬਰ 'ਤੇ ਕਿਹੜਾ ਅੱਖਰ ਆਉਂਦਾ ਤਾਂ ਨਹੀਂ ਲੱਗਦਾ ਨਹੀਂ ਹੈਗਾ ਵੀ ਤੁਸੀਂ ਇਸ ਨੂੰ ਇੰਨੇ ਸੌਖੇ ਤਰੀਕੇ ਦੇ ਨਾਲ ਕਰ ਸਕੋਗੇ, ਕਿਉਂਕਿ ਤੁਸੀਂ ਇਸ ਨੂੰ ਕਾਪੀ ਦੇ ਉੱਤੇ ਉਤਾਰਨ 'ਤੇ ਹੀ ਟਾਈਮ ਲਗਾ ਦੋਗੇ। ਬਸ ਤੁਹਾਨੂੰ ਉਤਾਰਨ ਦੀ ਕਾਪੀ ਦੇ ਉੱਤੇ ਉਤਾਰਨ ਦੀ ਇਸ ਦੀ ਜ਼ਰੂਰਤ ਨਾ ਪਵੇ, ਬਸ ਤੁਹਾਨੂੰ ਐਵੇਂ ਇੰਨਾ ਜਲਦੀ ਯਾਦ ਹੋਵੇ ਕਿ ਤੁਸੀਂ ਬਸ ਉਹ ਮਾਈਂਡ ਦੇ ਵਿੱਚ ਹੀ ਰਵੇ ਕਿ ਕਿੰਨਵਾਂ ਅੱਖਰ ਹੈਗਾ ਇਹ। ਸੋ ਦੇਖੋ ਆਪਾਂ ABC ਲਿਖ ਲਈ ਹੈਗੀ। ਇਸ ਤਰ੍ਹਾਂ ਤੁਸੀਂ ਆਪਣੀ ਕਾਪੀ 'ਤੇ ਲਿਖ ਸਕਦੇ ਹੋ। ਨੋਟਸ ਬੁੱਕ 'ਤੇ ਆਪਣੇ ਨੋਟਸ ਬਣਾਉਂਦੇ ਚੱਲਣਾ ਹੈਗਾ ਤੁਸੀਂ ਨੇ ਨਾਲ ਦੀ ਨਾਲ, ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ। ਪਰ ਦੇਖੋ ਤੁਹਾਨੂੰ ਇੱਕ ਸੀਰੀਜ਼ ਆਪਾਂ ਕਿਵੇਂ ਦੱਸਦੇ ਹਾਂ, ਜਿਵੇਂ ਕਿ ਆਹ ਤੁਹਾਨੂੰ ਦੱਸਿਆਗਾ ਇੱਥੇ ਆਪਾਂ ਨੇ। ਹੁਣ ਇਸ ਦਾ ਆਪਾਂ ਤੁਹਾਨੂੰ ਟੇਬਲ ਬਣਾ ਕੇ ਵੀ ਦੱਸਾਂਗੇ ਕਿ ਤੁਸੀਂ ਨੇ ਕਿਸ ਤਰ੍ਹਾਂ ਯਾਦ ਕਰਨਾ ਹੈਗਾ। ਦੇਖੋ ABCD ਤਾਂ ਪਹਿਲੇ 5 ਅੱਖਰ ਨੇ, ਇਹ ਤਾਂ ਹਰ ਇੱਕ ਵਿਅਕਤੀ ਨੂੰ ਪਤਾ ਹੀ ਹੁੰਦਾ ਹੈਗਾ ਕਿ ਕਿਹੜਾ ਅੱਖਰ ਕਿੰਨਵੇਂ ਨੰਬਰ 'ਤੇ ਹੈਗਾ, ਹੈ ਨਾ ਜੀ। ਇਹ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਹੁੰਦਾ ਹੈਗਾ ਪਹਿਲੇ 5 ਅੱਖਰਾਂ ਦੇ ਬਾਰੇ ਵੀ ਕਿੰਨਵੇਂ ਨੰਬਰ 'ਤੇ ਕਿਹੜਾ ਅੱਖਰ ਆ ਰਿਹਾ ਹੈ। ਫਿਰ ਇਸ ਤੋਂ ਬਿਨਾਂ ਆਪਾਂ ਤੁਹਾਨੂੰ ਇੱਕ ਹੋਰ ਦੱਸਣਾ ਹੈਗਾ ਕੁਛ। ਦੇਖੋ ਸਭ ਤੋਂ ਪਹਿਲਾਂ ਤੁਸੀਂ ਨੇ ਇਜੋਟੀ ਇਹ ਚੀਜ਼ ਯਾਦ ਕਰ ਲੈਣੀ ਹੈ। ਇਜੋਟੀ ਇੱਕ ਆਪਣੇ ਕੋਡ ਬਣਾਇਆ ਹੈਗਾ। ਇਜੋਟੀ ਸ਼ਬਦ ਇਜੋਤੀ, ਦੇਖੋ ਜੋਤੀ JOTY ਜੋਤੀ, ਇਜੋਟੀ ਯਾਦ ਕਰ ਲਓ EJOTY। ਇਜੋਟੀ ਸ਼ਬਦ ਜੋ ਤੁਸੀਂ ਇਹ ਵਰਡ ਯਾਦ ਕਰ ਲਿਆ ਤਾਂ ਤੁਹਾਨੂੰ ਇਸ ਦੇ ਨਾਲ ਯਾਦ ਕਰਨਾ ਸੌਖਾ ਹੋ ਜਾਏਗਾ। ਦੇਖੋ 5 ਦੇ ਪਹਾੜੇ 'ਤੇ ਨੇ ਇਹ, ਸਮਝ ਲਓ। ABCD ਜਦੋਂ ਆਪਾਂ ਲਿਖਦੇ ਹਾਂ ਪਹਿਲੀ ਲਾਈਨ ਦਾ ਐਂਡਲਾ ਅੱਖਰ ਇਹ ਹੁੰਦਾ ਹੈ, ਦੂਜੀ ਦਾ ਐਂਡਲਾ ਅੱਖਰ ਇਹ, ਤੀਜੀ ਦਾ ਐਂਡਲਾ ਇਹ, ਚੌਥੀ ਦਾ ਇਹ, ਪੰਜਵੀਂ ਦਾ ਇਹ। ABC ਦੇ ਵਿੱਚ 5 ਲਾਈਨਾਂ ਹੁੰਦੀਆਂ ਨੇ ਬਣੀਆਂ ਹੋਈਆਂ। 5 ਲਾਈਨਾਂ ਦੇ ਵਿੱਚ 5 5 25 ਹੁੰਦਾ, 25 ਅੱਖਰ ਇਹ ਬਣ ਗਏ। Z ਅਗਲੀ ਲਾਈਨ ਦੇ ਵਿੱਚ ਹੁੰਦਾ ਹੈਗਾ। ਤੁਹਾਨੂੰ ਪਤਾ ਲੱਗ ਗਿਆ ਕਿ 5 ਦੇ ਨਾਲ ਜੋ ਅੱਖਰ ਬਣਦੇ ਨੇ ਉਹ ਇਹ ਨੇਗੇ। ਜੇਕਰ ਤੁਹਾਨੂੰ ABC ਦੁਬਾਰਾ ਲਿਖ ਕੇ ਦਿੱਤੀ ਜਾਵੇ ਤਾਂ ਤੁਸੀਂ ਇੰਨੀ ਈਜ਼ਲੀ ਇਸ ਨੂੰ ਯਾਦ ਕਰ ਸਕਦੇ ਹੋ। ਦੇਖੋ ਇਜੋਟੀ, ਜਦੋਂ ਤੁਹਾਨੂੰ ਪੁੱਛਿਆ ਜਾਵੇ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿੰਨਵਾਂ, ਤਾਂ ਤੁਸੀਂ ਯਾਦ ਤੁਹਾਡੇ ਮਾਈਂਡ 'ਚ ਆ ਜਾਣਾ ਚਾਹੀਦਾ ਕਿ ਇਜੋਟੀ। ਪਹਿਲਾ ਅੱਖਰ ਹੁੰਦਾ ਤਾਂ 5ਵੇਂ ਨੰਬਰ 'ਤੇ। ਜੇ ਪੁੱਛਿਆ ਜਾਵੇ ਤਾਂ 10, O ਪੁੱਛਿਆ ਜਾਵੇ ਤਾਂ 15, T ਪੁੱਛਿਆ ਜਾਵੇ 20, T20 ਵੀ ਹੁੰਦਾ ਹੈਗਾ, Y ਪੁੱਛਿਆ ਜਾਵੇ 25। ਇਸ ਤਰ੍ਹਾਂ ਇਹ ਤੁਹਾਨੂੰ ਪਹਿਲੇ 5 ਅੱਖਰ ਤਾਂ ਯਾਦ ਹੋਣੇ ਹੀ ਹੋਣੇ ਚਾਹੀਦੇ ਨੇ। ਇਜੋਟੀ ਤਾਂ ਤੁਹਾਨੂੰ ਯਾਦ ਹੋਣਾ ਹੀ ਹੋਣਾ ਚਾਹੀਦਾ ਹੈਗਾ। ਇਸ ਤੋਂ ਬਾਅਦ ਜੋ ਪਹਿਲੇ 5 ਅੱਖਰ ਨੇ ਇਹ ਵੀ ਹਰ ਇੱਕ ਵਿਅਕਤੀ ਨੂੰ ਪਤਾ ਹੀ ਹੁੰਦਾ ਹੈ। ਪਹਿਲਾ ਅੱਖਰ A, ਦੂਜਾ ਅੱਖਰ B, ਤੀਜਾ ਅੱਖਰ C, ਚੌਥਾ D ਅਤੇ ਪੰਜਵਾਂ E ਹੈ ਜਿਹੜਾ ਇਜੋਟੀ ਦੇ ਵਿੱਚ ਵੀ ਆ ਜਾਂਦਾ ਹੈਗਾ। ਉਸ ਤੋਂ ਬਾਅਦ ਆਪਾਂ ਅਗਲਾ ਅੱਖਰ ਦੇਖਦੇ ਹਾਂ। F ਪੁੱਛਿਆ ਜਾਂਦਾ ਹੈਗਾ। F ਦਾ ਜੇ ਮੀਨਿੰਗ ਦੇ 6 7 8 9 ਅਤੇ 10। ਜੇ ਤਾਂ ਲੋੜ ਹੀ ਨਹੀਂ ਹੈਗੀ ਆਪਾਂ ਨੂੰ, ਇਜੋਟੀ ਦੇ ਵਿੱਚ ਆ ਜਾਂਦਾ ਹੈਗਾ ਜੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਹੈਗਾ ਜਿਹੜਾ ਫਿਕਸ 6 ਅਤੇ 6, ਤਾਂ ਕਰਕੇ ਇਹ ਤੁਹਾਡੇ ਇਸ ਤਰ੍ਹਾਂ ਯਾਦ ਰਹੇਗਾ। ਫਿਕਸ ਤੋਂ 6 ਬਣ ਗਿਆ, ਫਿਕਸ 6 ਤਾਂ ਇਹ 6ਵਾਂ ਅੱਖਰ ਹੈਗਾ। ਹੁਣ ਜਦੋਂ ਆਪਾਂ G ਲਿਖਦੇ ਹਾਂ, G ਤੁਸੀਂ ਲਿਖੋਗੇ, ਜਦੋਂ ਆਪਾਂ G ਲਿਖਦੇ ਆਂਗੇ ਤਾਂ ਦੇਖੋ G ਦੇ ਵਿੱਚ ਇਸ ਤਰ੍ਹਾਂ 7 ਬਣਦਾ ਹੈਗਾ, 7 ਤਾਂ ਇਹ 7ਵਾਂ ਅੱਖਰ ਬਣ ਗਿਆ। ਹੁਣ 8 ਲਿਖਾਂਗੇ। 8 ਦੇਖੋ H ਨੂੰ ਜਦੋਂ ਆਪਾਂ ਐਵੇਂ ਲਿਖ ਦਾਂਗੇ, H ਲਿਖੋ ਤੁਸੀਂ, H ਲਿਖਤਾ, H ਨੂੰ ਐਂ ਮੋੜ ਦਿਓ, ਇਹ 8 ਬਣ ਗਿਆ। ਤਾਂ 8ਵਾਂ ਅੱਖਰ ਵੀ ਤੁਹਾਨੂੰ ਯਾਦ ਰਹੇਗਾ। ਫਿਰ ਅਗਲਾ ਅੱਖਰ ਤੁਸੀਂ ਨੇ ਯਾਦ ਕਰਨਾ ਹੈ I know। ਇਹ ਵਰਡ ਸੁਣਿਆ ਹੋਣਾ ਤੁਸੀਂ ਨੇ, I know ਮੈਂ ਜਾਣਦਾ ਜੀ, ਮੈਨੂੰ ਸਭ ਕੁਛ ਪਤਾ ਹੈ। ਤਾਂ I know ਤੋਂ I know ਵੀ ਬਣ ਗਿਆ। ਅਤੇ ਇੱਕ ਤਰ੍ਹਾਂ ਹੋਰ, ਜਦੋਂ ਆਪਾਂ I ਲਿਖਦੇ ਹਾਂ, I ਤੋਂ ਹੁਣ ਐਂ ਵੀ ਲਿਖਦੇ ਹੋਣੇ ਨਾ ਆਪਾਂ, ਨਾਏ ਵਾਂਗੂ I ਲਿਖਦੇ ਹੁੰਦੇ ਹਾਂ, ਤਾਂ ਉੱਥੋਂ ਜੋ I ਦੀ ਸ਼ੇਪ ਹੈਗੀ ਉਹ ਨਾਏ ਵਰਗੀ ਹੈ, 9 ਅੱਖਰ ਵਰਗੀ ਹੈਗੀ I ਦੀ ਸ਼ੇਪ ਹੈ ਜਿਹੜੀ। ਦੇਖੋ ਤੁਸੀਂ, ਦੇਖੋ ਇੱਥੋਂ I ਤੋਂ ਨਾਏ ਦੇ ਵਰਗੀ ਸ਼ੇਪ ਹੁੰਦੀ ਹੈਗੀ। ਅਤੇ ਜੇ ਦੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਇਜੋਟੀ ਦੇ ਵਿੱਚ ਆ ਹੀ ਜਾਂਦਾ ਹੈਗਾ। ਇਸ ਤੋਂ ਪਹਿਲਾਂ ਆਪਾਂ ਨੇ ਜੇ ਦੱਸਿਆ ਹੈਗਾ।
ਈਓਟੀ ਕਿੰਨਵਾਂ ਸੀਗਾ 10 11 12 13 14 15 ਉਹ ਹੈ ਜਿਹੜਾ ਈਓਟੀ ਦੇ ਵਿੱਚ ਆ ਗਿਆ। ਇੱਧਰੋਂ ਜੇ ਈਓਟੀ ਦੇ ਵਿੱਚ ਆ ਗਿਆ। ਜੇ ਤੇ ਕੇ ਤੁਸੀਂ ਨੇ ਇਕੱਠਾ ਲੈ ਕੇ ਚੱਲਣਾ ਹੈ। ਇੱਥੋਂ ਬਣੂਗਾ ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਦੇ ਵਿੱਚ 10 11 ਗੋਲੀਆਂ ਚੱਲਦੀਆਂ ਹੀ ਰਹਿੰਦੀਆਂ ਨੇ ਡੇਲੀ ਦੀਆਂ। ਇੱਥੋਂ ਇਹ ਟ੍ਰਿਕ ਬਣਾ ਲਓ ਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਜੀ ਵੈਸੇ ਚੱਲਦੀਆਂ ਵੀ ਰਹਿੰਦੀਆਂ ਨੇ। ਦੇਖੋ ਜੰਮੂ ਕਸ਼ਮੀਰ ਦੇ ਵਿੱਚ 10 11 ਗੋਲੀਆਂ ਤਾਂ ਡੇਲੀ ਦੀਆਂ ਹੀ ਚੱਲਦੀਆਂ ਰਹਿੰਦੀਆਂ ਨੇ। ਇੱਥੋਂ ਤੁਸੀਂ ਨੇ ਇਹ ਯਾਦ ਕਰ ਲਓਗੇ ਕਿ ਜੰਮੂ 10 11 ਗੋਲੀਆਂ ਆਪਾਂ ਨੇ ਬਣਾਇਆ ਸੀਗਾ। ਜੰਮੂ ਜੇ ਤੇ 10 ਉਹ ਈਓਟੀ ਤੋਂ ਹੀ ਪਤਾ ਲੱਗ ਰਿਹਾ ਵੀ 10ਵਾਂ ਅੱਖਰ ਹੈ। ਅਤੇ ਕੇ ਹੈ ਜਿਹੜਾ ਉਹ 11ਵਾਂ ਅੱਖਰ ਹੈ। ਠੀਕ ਹੈ ਜੀ। ਅਤੇ ਜਿਹੜਾ ਐਲ ਯਾਦ ਕਰਨਾ ਹੈਗਾ ਆਪਾਂ ਨੇ। ਐਲ ਕਿਵੇਂ ਯਾਦ ਕਰਨਾ? ਐਲ ਫੋਰ ਲੋਇਨ। ਲੋਇਨ ਦੇਖ ਕੇ ਸਾਰਿਆਂ ਦੇ ਮੂੰਹ 'ਤੇ 12 ਵੱਜ ਜਾਂਦੇ ਨੇ ਜੀ ਕਹਿੰਦੇ। ਇਹ ਤੁਸੀਂ ਇਸ ਤਰ੍ਹਾਂ ਯਾਦ ਕਰ ਲਓਗੇ। ਠੀਕ ਹੈ। ਅਤੇ ਇਸ ਤੋਂ ਬਾਅਦ ਆ ਗਿਆ ਐਮ। ਐਮ ਦੀ ਜੋ ਸ਼ੇਪ ਹੁੰਦੀ ਹੈਗੀ ਉਹ 3 ਦੇ ਅੱਖਰ ਵਰਗੀ ਹੁੰਦੀ ਹੈ। ਜੋ ਆਪਣਾ 3 ਲਿਖਦੇ ਹਾਂ। ਐਮ ਸਿੱਧਾ ਅੱਖਰ ਅਤੇ ਡਬਲਯੂ ਪੁੱਠਾ ਅੱਖਰ। ਅਤੇ ਜਿਹੜਾ 3 ਹੁੰਦਾ ਹੈਗਾ ਉਹ ਟੇਢਾ ਅੱਖਰ। ਇਹ ਤੁਸੀਂ ਦੇਖੋ ਇਹਨਾਂ ਦੇ ਵਿੱਚ ਕੀ ਫਰਕ ਹੈਗਾ। ਜਿਹੜਾ ਐਮ ਹੁੰਦਾ ਹੈ ਉਹ ਹੋ ਗਿਆ 13ਵਾਂ ਅੱਖਰ। ਜੋ ਡਬਲਯੂ ਹੋ ਗਿਆ ਉਹ 23ਵਾਂ ਅੱਖਰ। ਦੇਖੋ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਐਮ ਹੈਗਾ ਜਦੋਂ ਐਮ ਸਿੱਧੀ ਹੈਗੀ ਉਹ 13ਵਾਂ ਅੱਖਰ ਬਣ ਗਿਆ। ਪਰ ਜਦੋਂ ਐਮ ਪਲਟ ਜੂਗੀ ਮਤਲਬ ਡਬਲਯੂ ਬਣ ਜੂਗੀ ਉਹ 23ਵਾਂ ਅੱਖਰ ਬਣ ਜਾਏਗਾ। ਮਤਲਬ ਕਿ ਐਮ ਤੋਂ ਤੁਸੀਂ ਨੇ ਡਬਲਯੂ ਨੂੰ ਵੀ ਯਾਦ ਕਰ ਲੈਣਾ ਹੈਗਾ। ਦੇਖੋ ਕਿੰਨਾ ਸੌਖਾ ਹੋ ਗਿਆ। ਐਮ ਤਾਂ ਤੁਸੀਂ ਯਾਦ ਕਰੋਗੇ ਕਿ ਇਸ ਦੀ ਸ਼ਕਲ 3 ਵਰਗੀ ਹੈ, 3 ਦੇ ਅੱਖਰ ਵਰਗੀ ਹੈ। ਜੇਕਰ ਉਸਨੂੰ ਟੇਢਾ ਖੜਾ ਕਰ ਦਈਏ ਆਪਾਂ 3 ਬਣ ਜਾਂਦਾ ਗਾ। ਜਦੋਂ ਉਸਨੂੰ ਸਹੀ ਪਾ ਦਈਏ ਜਿਵੇਂ ਐਮ ਇਸ ਤਰ੍ਹਾਂ ਪਾ ਦਈਏ ਤਾਂ ਉਹ ਜੇਕਰ ਤਾਂ ਆਪਾਂ ਇਸ ਨੂੰ ਇਸ ਲੋਟ ਪਾ ਦਈਏ ਤਾਂ ਉਹ ਐਮ ਬਣ ਗਿਆ। ਐਮ ਕਿੰਨਵਾਂ ਅੱਖਰ ਹੈ ਜੀ 13ਵਾਂ। ਅਤੇ ਜੇਕਰ ਇਸ ਨੂੰ ਪਲਟਾ ਦਈਏਗਾ ਤਾਂ ਉਹ 23ਵਾਂ ਅੱਖਰ ਬਣ ਜਾਂਦਾ ਹੈਗਾ। ਮਤਲਬ ਡਬਲਯੂ ਬਣ ਜਾਂਦਾ ਹੈਗਾ। ਇਸ ਤਰ੍ਹਾਂ ਤੁਸੀਂ ਇਸ ਨੂੰ ਯਾਦ ਕਰ ਲੈਣਾ ਹੈਗਾ। ਅਗਲਾ ਅੱਖਰ ਬਚ ਗਿਆ ਐਨ। ਐਨ ਹੁੰਦਾ ਹੈਗਾ ਦੇਖੋ ਜੀ ਆਈ ਵੀ ਇਸ ਤਰ੍ਹਾਂ। ਦੇਖੋ ਆ ਐਨ ਦੀ ਸ਼ਕਲ ਹੈ ਨਾ। ਜੇ ਆਪਾਂ ਇਸ ਨੂੰ ਇੱਥੋਂ ਜੋੜ ਦਈਏ ਮਤਲਬ ਐਵੇਂ ਚੌਕਾ ਪੈਂਦਾ ਹੁੰਦਾ, 4 ਪੈਂਦਾ ਹੁੰਦਾ। ਜਦੋਂ ਆਪਾਂ ਰੋਮਨ ਅੰਕਾਂ ਦੇ ਵਿੱਚ ਲਿਖਦੇ ਹਾਂ ਤਾਂ ਇਸ ਤੋਂ ਤੁਸੀਂ 14 ਵੀ ਯਾਦ ਕਰ ਲਓਗੇ। ਉਹ ਹੈ ਜਿਹੜਾ ਈਓਟੀ ਦੇ ਵਿੱਚ ਹੀ ਆ ਜਾਂਦਾ ਹੈਗਾ। ਅਗਲਾ ਅੱਖਰ ਦੇਖੋ ਪੀ ਆ ਗਿਆ। ਪੀ ਅੱਖਰ ਹੈਗਾ 16ਵਾਂ 17ਵਾਂ ਕਿਊ 18ਵਾਂ ਆਰ 19ਵਾਂ ਐਸ ਅਤੇ 20ਵਾਂ ਟੀ। ਟੀ ਤਾਂ ਆਪਾਂ ਨੂੰ ਦੱਸਣ ਦੀ ਲੋੜ ਵੀ ਨਹੀਂ ਹੈਗੀ। ਈਓਟੀ ਦੇ ਵਿੱਚ ਆ ਜਾਂਦਾ। ਵੈਸੇ T20 ਵੀ ਹੁੰਦਾ ਤਾਂ ਤੁਸੀਂ ਇੱਥੋਂ ਯਾਦ ਕਰ ਸਕਦੇ ਹੋ ਟੀ ਨੂੰ 20। ਤਾਂ ਇੱਥੋਂ ਆਪਾਂ ਉਸ ਦੀ ਇਹਨਾਂ ਦੀ ਜੋ ਆਪਣੇ ਇਹ ਅੱਖਰ ਬਚੇ ਨੇ ਬਾਕੀ ਦੇ 4 ਇਹਨਾਂ ਦੀ ਆਪਾਂ ਕੀ ਟ੍ਰਿਕ ਬਣਾ ਸਕਦੇ ਹਾਂ। ਦੇਖੋ ਟ੍ਰਿਕ ਕਿਸ ਦੀ ਆਪਾਂ ਬਣਾਈਏ। ਕਹਿੰਦੇ ਇੱਕ ਪ੍ਰਿੰਸ ਸੀਗਾ ਇੱਕ 16 ਸਾਲ ਦੀ ਉਹਦੀ ਉਮਰ ਸੀਗੀ। ਅਤੇ ਇੱਕ ਕੁਈਨ ਸੀਗੀ 17 ਸਾਲ ਦੀ। ਠੀਕ ਹੈ ਜੀ। ਇੱਕ ਪ੍ਰਿੰਸ ਸੀਗਾ 16 ਸਾਲ ਦਾ। ਇੱਕ ਕੁਈਨ ਸੀਗੀ 17 ਸਾਲ ਦੀ। ਦੇਖੋ ਪ੍ਰਿੰਸ 16 ਦਾ ਸੀਗਾ ਤਾਂ 16 ਨੰਬਰ 'ਤੇ ਪੀ ਯਾਦ ਕਰ ਲਓਗੇ। ਕੁਈਨ ਸੀਗੀ 17 ਸਾਲ ਦੀ। ਕਿਉਂ ਯਾਦ ਕਰ ਲਓਗੇ। ਉਹਨਾਂ ਦਾ ਜੀ ਰਿਸ਼ਤਾ ਹੋ ਗਿਆ ਜਦੋਂ ਉਹ 18 ਸਾਲ ਦੀ ਉਮਰ 'ਚ ਆ ਗਏ। 18 ਸਾਲ ਦੀ ਉਮਰ ਦੇ ਵਿੱਚ ਰਿਸ਼ਤਾ ਹੋ ਗਿਆ ਅਤੇ 19 ਸਾਲ ਦੇ ਅੰਚ ਉਹਨਾਂ ਦਾ ਵਿਆਹ ਕਰਤਾ ਜੀ। ਮਤਲਬ ਸ਼ਾਦੀ ਕਰਤੀ। ਐਸ ਫੋਰ ਸ਼ਾਦੀ। ਦੇਖੋ 19 ਸਾਲ ਦੀ ਉਮਰ 'ਚ ਸ਼ਾਦੀ ਅਤੇ 18 ਸਾਲ ਦੀ ਉਮਰ 'ਚ ਰਿਸ਼ਤਾ। ਇਹ ਤੁਸੀਂ ਇਸ ਤਰ੍ਹਾਂ ਯਾਦ ਕਰ ਲੈਣਾ। ਪ੍ਰਿੰਸ 16 ਸਾਲ ਦਾ ਸੀਗਾ। ਪੀ 'ਤੇ 16ਵਾਂ ਅੱਖਰ। ਕਿਊ ਕੁਈਨ ਸੀਗੀ ਜਿਹੜੀ ਉਹ 17 ਸਾਲ ਦੀ ਸੀਗੀ। ਕਿਊ 17ਵਾਂ ਕਰ ਲਿਓ। ਰਿਸ਼ਤਾ ਹੋ ਗਿਆ 18 ਸਾਲ ਦੀ ਉਮਰ 'ਚ। ਆਰ ਰਿਸ਼ਤਾ ਅਤੇ ਐਸ 'ਤੇ ਸ਼ਾਦੀ ਹੋ ਗਈ 19 ਸਾਲ ਦੀ 'ਚ। ਅਤੇ ਟੀ ਤਲਾਕ ਕਰ ਲਓ ਚਾਹੇ ਅਤੇ ਚਾਹੇ T20 ਦੇ ਹਿਸਾਬ ਨਾਲ ਇਹਨੂੰ ਯਾਦ ਕਰ ਲਓ। ਤਲਾਕ ਕਰਵਾ ਦਿਓ ਚਾਹੇ 20 ਸਾਲ ਦੀ ਉਮਰ 'ਚ। ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਇਸ ਨੂੰ ਯਾਦ ਕਰ ਲੈਣਾ ਗਾ। ਅਤੇ ਅੱਗੇ ਆ ਗਿਆ ਜਿਹੜਾ ਯੂ ਨੂੰ ਕਿਸ ਤਰ੍ਹਾਂ ਯਾਦ ਕਰ ਲੈਣਾ ਹੈਗਾ। ਯੂ 'ਤੇ ਇਹ ਆ ਗਿਆ 21 ਇਹ ਆ ਗਿਆ 22 23 24 25।
ਇਹ ਤੁਸੀਂ ਨੇ ਹੁਣ ਕਿਸ ਤਰ੍ਹਾਂ ਯਾਦ ਕਰਨੇ ਨੇ। ਯੂ ਤੇ ਵੀ ਯਾਦ ਕਰੋ ਇਕੱਠੇ। ਯੂ ਤੇ ਵੀ ਯੁਵਾ ਹੁੰਦੇ ਨੇ, 21 ਤੇ 22 ਸਾਲ ਦੀ ਉਮਰ ਦੇ ਵਿੱਚ ਯੁਵਾ ਹੁੰਦੇ ਨੇ। ਯੂ ਤੇ ਵੀ ਇਹ ਤੁਹਾਨੂੰ ਪਤਾ ਹੋਵੇਗਾ ਕਿ ਪਹਿਲਾਂ ਕਿਹੜਾ ਤੇ ਦੂਜਾ ਅੱਖਰ ਕਿਹੜਾ ਹੁੰਦਾ ਇਹਨਾਂ ਦੋਨਾਂ ਦੇ ਵਿੱਚੋਂ। ਯੂ ਤੇ ਵੀ ਯੁਵਾ ਅਡਲਟ, 21 ਸਾਲ ਦੀ ਉਮਰ ਯੁਵਾ ਹੋ ਜਾਂਦੇ ਜੀ। ਯੁਵਾ ਜਵਾਨ, 21 ਸਾਲ ਦੀ ਉਮਰ ਆਪਾਂ ਜਵਾਨ ਮੰਨਦੇ ਹਾਂ, ਤਾਂ ਯੁਵਾ 21 ਤੇ 22 ਸਾਲ ਦੀ ਉਮਰ 'ਚ। ਜੋ ਤੁਹਾਨੂੰ ਡਬਲਯੂ ਦੱਸੇਗਾ ਉਹ ਐਮ ਦੇ ਨਾਲ ਤੁਸੀਂ ਇਸ ਨੂੰ ਅਟੈਚ ਕਰਕੇ ਦੇਖ ਲਓਗੇ। ਜੇਕਰ ਸਿੱਧੀ ਐਮ ਹੈਗਾ ਉਹ 13ਵਾਂ ਹੈਗਾ, ਜੇ ਐਮ ਨੂੰ ਪਲਟਾ ਦਈਏ ਤਾਂ ਉਹ 23ਵਾਂ ਬਣ ਜਾਂਦਾ ਹੈਗਾ। ਸ਼ਕਲ ਇਹਨਾਂ ਦੀ 3 ਦੇ ਵਰਗੀ, ਤਾਂ ਕਰਕੇ 3 ਇਹਨਾਂ ਦੇ ਦੋਵਾਂ ਦੇ ਨਾਲ ਹੀ ਆ ਗਿਆ। ਹੁਣ ਜੋ ਐਕਸ ਰਹਿ ਗਿਆ ਆਪਣਾ, ਐਕਸ ਦੇ ਵਿੱਚ ਕਿੰਨੀਆਂ ਲਾਈਨਾਂ ਨੇ ਜੀ, ਆਹ ਤੇ ਆਹ 2 ਲਾਈਨਾਂ ਨੇ, 2 ਲਿਖ ਲਓ। ਅਤੇ ਇਹਨਾਂ ਦੇ ਸਿਰੇ ਕਿੰਨੇ ਨੇਗੇ ਲਾਈਨਾਂ ਦੇ, ਸਿਰਾ ਇੱਕ ਆਹ ਸਿਰਾ ਬਣ ਗਿਆ ਜੀ, ਆਹ ਸਿਰਾ ਬਣ ਗਿਆ ਜੀ, ਆਹ ਸਿਰਾ ਬਣ ਗਿਆ, ਆਹ ਸਿਰਾ, 4 ਸਿਰੇ ਨੇ ਜੀ। ਚੌਕਾ ਲਾ ਦਿਓ ਇਹਦੇ ਨਾਲ ਤਾਂ ਕਿੰਨਾ ਬਣ ਗਿਆ 24 ਜੀ। ਆਹ ਜਿਹੜਾ 22 ਆ ਗਿਆ ਇਹ ਯੋਟੀ ਦੇ ਵਿੱਚ ਆ ਰਹੇਗਾ। ਜ਼ੈਡ ਅੱਖਰ ਤੁਸੀਂ ਨੇ ਯਾਦ ਕਰ ਹੀ ਲੈਣੇ ਕਿ 26ਵਾਂ ਲਾਸਟ ਅੱਖਰ। ਸੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਕਰ ਲਓਗੇ। ਦੇਖੋ ਤੁਸੀਂ ਆਪ ਹੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ। ਕੋਈ ਖਾਸ ਔਖਾ ਨਹੀਂ ਲੱਗੇ ਟ੍ਰਿਕ, ਇਹ ਬਹੁਤ ਸੌਖਾ, ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ। ਯੋਟੀ ਤੁਹਾਨੂੰ ਦੱਸ ਹੀ ਦਿੱਤਾ, ਇਹ ਤੁਸੀਂ ਨੇ ਸਭ ਤੋਂ ਪਹਿਲਾਂ ਯਾਦ ਕਰ ਲੈਣੀ ਹੈਗੀ। ਯੋਟੀ ਪਹਿਲੀ ਲਾਈਨ ਤੁਸੀਂ ਯਾਦ ਕਰ ਹੀ ਲਵੋਗੇ ਇਸ ਦੀ। ਇਸ ਤਰ੍ਹਾਂ ਤੁਹਾਡੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਦੀ ਜੋ ਤੁਹਾਨੂੰ ਇਹ ਟ੍ਰਿਕ ਤੁਹਾਡੇ ਦਿਮਾਗ ਦੇ ਵਿੱਚ ਵੜ ਜਾਏਗੀ। ਤੁਸੀਂ ਇਸ ਨੂੰ ਇੰਨੇ ਸੌਖੇ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਵੇਗਾ, ਤਾਂ ਤੁਸੀਂ ਇਸ ਨੂੰ ਬਹੁਤ ਈਜ਼ੀਲੀ ਯਾਦ ਕਰ ਸਕਦੇ ਹੋ। ਇਸ ਤੋਂ ਬਾਅਦ ਜੋ ਤੁਹਾਨੂੰ ਦੱਸਿਆ ਸੀਗਾ ਇਹ ਆਪਣੀ ਸਿੱਧੀ ABC ਤਾਂ ਤੁਹਾਡੀ ਹੋ ਗਈ। ਇਸ ਤੋਂ ਬਾਅਦ ਤੁਹਾਨੂੰ ਦੱਸਿਆ ਸੀਗਾ ਉਲਟੀ ABC, ਜਿਵੇਂ ਕਿ ਆਪਾਂ ਉਲਟੀ ਗਿਣਤੀ ਪੜ੍ਹਦੇ ਹੁੰਦੇ ਸੀਗੇ ਛੋਟੇ ਹੁੰਦੇ, ਉਸ ਤਰ੍ਹਾਂ ਆਪਾਂ ਨੇ ਉਲਟੀ ABC ਵੀ ਯਾਦ ਕਰਨੀ ਹੈ ਜੀ, ਪੁੱਠੀ ABC। ਕਿ ਜੇਕਰ ਦੇਖੋ ਵੈਸੇ ਤਾਂ ਤੁਹਾਨੂੰ ਲੋੜ ਵੀ ਨਹੀਂ ਹੈਗੀ, ਦੇਖੋ ਮੈਂ ਤੁਹਾਨੂੰ ਟ੍ਰਿਕ ਹੀ ਦੱਸ ਦਿੰਦਾ, ਫਾਰਮੂਲਾ ਦੱਸ ਦਿੰਦਾ ਕਿ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ। ਦੇਖੋ 5ਵਾਂ ਅੱਖਰ ਮੰਨ ਲਓ ਈ ਹੈ ਜੀ, 5ਵਾਂ ਅੱਖਰ ਹੈ ਨਾ, ਈ 5ਵਾਂ ਅੱਖਰ ਹੈਗਾ, ਠੀਕ ਹੈ ਜੀ। ਤਾਂ ਆਪਾਂ ਨੇ 5ਵਾਂ ਅੱਖਰ ਉਲਟੀ ABC ਦਾ ਪਤਾ ਕਰਨਾ ਹੈਗਾ, ਕੀ ਹੋਵੇਗਾ। 27 ਦੇ ਵਿੱਚੋਂ ਘਟਾ ਦਿਓ ਇਹਨੂੰ, 27 ਦੇ ਵਿੱਚੋਂ ਘਟਾ ਕੇ ਕੀ ਆ ਗਿਆ ਜੀ, ਇਹ 27 ਦੇ ਵਿੱਚੋਂ 5 ਘਟਾ ਕੇ 22 ਬਚ ਗਿਆ। ਤਾਂ ਸਿੱਧੀ ABC ਦੇ ਵਿੱਚ ਦੇਖੋ 22ਵਾਂ ਅੱਖਰ ਕਿਹੜਾ ਹੋਵੇਗਾ। ਯੂਆ ਦੱਸਿਆ ਸੀਗਾ ਤੁਹਾਨੂੰ, ਯੂ ਤੇ ਵੀ 21 ਤੇ 22 ਹੁੰਦਾ ਹੈਗਾ, ਤਾਂ ਇੱਥੇ 20 ਆ ਜਾਏਗਾ। ਤਾਂ 5ਵਾਂ ਅੱਖਰ B ਬਣ ਜਾਏਗਾ ਜੇ ਉਲਟੀ ABC ਦੇਖਾਂਗੇ। ਜੇ ਸਿੱਧੀ ABC ਦੇਖਾਂਗੇ 5ਵਾਂ ਅੱਖਰ E ਹੈਗਾ, ਜੇ ਉਲਟੀ ABC ਦੇ ਵਿੱਚ ਦੇਖਾਂਗੇ 5ਵਾਂ ਅੱਖਰ B ਹੈਗਾ। 27 ਦੇ ਵਿੱਚੋਂ ਤੁਸੀਂ ਨੇ ਸਿੱਧੀ ABC ਨੂੰ ਘਟਾ ਕੇ ਉਹ ਉਲਟੀ ABC ਆ ਜਾਏਗੀ। 27 ਦੇ ਵਿੱਚੋਂ ਸਿੱਧੀ ABC ਘਟਾਵਾਂਗੇ ਜਦੋਂ ਫਾਰਵਰਡਿੰਗ ਦੇ ਵਿੱਚੋਂ, ਤਾਂ ਰਿਵਰਸ ਵਾਲੀ ਆ ਜਾਏਗਾ ਅੱਖਰ। ਇਸ ਤਰ੍ਹਾਂ ਤੁਸੀਂ ਨੇ ਇਸ ਨੂੰ ਯਾਦ ਕਰ ਲੈਣਾ ਹੈਗਾ। ਸੋ ਤੁਹਾਨੂੰ ਆਪਾਂ ਇਸ ਦਾ ਆਪਾਂ ਟ੍ਰਿਕ ਵੀ ਦੱਸ ਦਿੰਦੇ ਹਾਂ। ਏ ਲਿਖ ਲਓ, ਏ ਦੇ ਨਾਲ ਹੀ ਕਿਹੜਾ ਅੱਖਰ ਹੋਏਗਾ, ਜ਼ੈਡ। ਆਪਾਂ ਨੇ ਸਿੱਧੀ ਦਾ ਪਹਿਲਾ ਅੱਖਰ ਵੀ ਲਿਖ ਲਿਆ, ਇੱਕ ਉਲਟੀ ਦਾ ਅੱਖਰ ਵੀ ਲਿਖ ਲਿਆ ਜੀ। ਇਸ ਤੋਂ ਬਾਅਦ ਸਿੱਧੀ ਦਾ ਅੱਖਰ ਲਿਖ ਲਓ B, ਉਲਟੀ ਦਾ ਅੱਖਰ ਬਾਏ, ਸਿੱਧੀ ਦਾ ਅੱਖਰ C, ਉਲਟੀ ਦਾ ਅੱਖਰ X, ਠੀਕ ਹੈ ਜੀ। ਸਿੱਧੀ ਦਾ ਅੱਖਰ ਲਿਖ ਲਓ D, ਉਲਟੀ ਦਾ ਅੱਖਰ W, ਸਿੱਧੀ ਦਾ ਅੱਖਰ E, ਉਲਟੀ ਦਾ ਅੱਖਰ B, ਸਿੱਧੀ ਦਾ ਅੱਖਰ F, ਉਲਟੀ ਦਾ ਅੱਖਰ U, ਸਿੱਧੀ ਦਾ ਅੱਖਰ G, ਉਲਟੀ ਦਾ ਅੱਖਰ T, ਸਿੱਧੀ ਦਾ ਅੱਖਰ H, ਉਲਟੀ ਦਾ ਅੱਖਰ S, ਸਿੱਧੀ ਦਾ ਅੱਖਰ I, ਉਲਟੀ ਦਾ ਅੱਖਰ R, ਸਿੱਧੀ ਦਾ ਅੱਖਰ J, ਉਲਟੀ ਦਾ ਅੱਖਰ Q, ਸਿੱਧੀ ਦਾ ਅੱਖਰ K, ਉਲਟੀ ਦਾ ਅੱਖਰ P, ਸਿੱਧੀ ਦਾ ਅੱਖਰ L, ਉਲਟੀ ਦਾ ਅੱਖਰ O,
सीधी का अखर एम, उल्टी का अखर एन, आ देखो एम तो बाद फिर एन ओ पी क्यू आर, इधरों पुट्ठी फिर उम्मीद स्टार्ट हो गए। देखो तो हम दस देंगे ए बी सी पढ़ो स्टार्टिंग तो, ए बी सी डी ई एफ जी एच आई जे के एल एम, फिर इधर आ जाओ एन ओ पी क्यू आर एस टी यू वी डबल्यू एक्स वाई जेड। आ देखो जी अपने इन्होंने बनाते जोटे। तो हुण देखो एक नंबर ते आ दोने आ जाएंगे, आ सीधे लोट लिखांगे तो पहले नंबर ते, जे आ पुट्ठी ए बी सी लिखांगे आ पहले नंबर ते, मतलब कि ए की थां ते जैड आ सकता है, जैड की थां ते ए। जेकर तुहानू पेपर दे विच एक सवाल ही पुछ लिया जाए कि जैड का रिवर्स अखर दसो, जैड का रिवर्स तो यही हो गया। जेकर उल्टी ए बी सी लिखांगे जैड की थां ते ए आ जूगा, पहले नंबर ते जैड, मतलब जिमें आप कहते होंने ए टू जैड, तो जैड टू ए बन गया ना वो, मतलब कि 26वां अखर ए बनेगा जेकर आप उल्टी ए बी सी लिखते हैं। इस तरह तुसीं ये याद कर लैनी है। देखो आप इसनूं याद करने की ट्रिक दसते हैं। आज ए जैड का मतलब आज, ये तुसीं कापियां दे उत्ते लिख लो। ए जैड का मतलब आज, इसका मतलब बी वाई का बॉय, ये तुहानू देखो बॉय। सी एक्स यदा कर लो 6, ये तुहानू याद हो गए। ए जैड आज, बी वाई बॉय, सी एक्स 6। डी डबल्यू किमें याद करोगे जी, डी डबल्यू तो ड्यू याद कर लो, जद यदा मतलब दूध, यदा मतलब वाला, दूध वाला याद कर लो। ई भी याद कर लो, इवैल्यूएशन, याद कर लो। एफ यू का फुल याद कर लो। कोई भी तुसीं आपदे लवो भी इसनूं ट्रिक बना के याद कर सकते हो। जी टी का जी टी रोड याद कर लो, ठीक है जी। एच एस का हाई स्कूल याद कर लो, हाई स्कूल, या हाई स्पीड याद कर लो, हाई स्पीड। आई आर का इंडियन रेलवे, इंडियन रेलवे याद कर लो। तुसीं आपदे लवो भी इसकी ट्रिक बना सकते हो अपने कोलों, जो तुहाडे दिमाग दे विच आवे। जे क्यू का यदा बना सकते हो जंगल क्वीन, जंगल क्वीन बना सकते हो, ठीक है जी। के पी का करेज है कुर्ता पजामा बना दो, कुर्ता पजामा, कुर्ता पजामा बना दो जी इसका। एल वी का लव बना दो, या लाइफ ओवर बना दो, जिंदगी कर दो ख़त्म, ठीक है जी। एम एन का मैन बना दो, एम एन का मैन बना दो। ये तुसीं जेकर तुहानू एम आ गया, तुहानू ये पता होना चाहिए एम का उल्ट एन है, एन का उल्ट एम है। इस तरह तुसीं इन्हों सीकुएंस के विच याद कर सकते हो, सीधी सीकुएंस ते उल्टी सीकुएंस दोनों के विच याद कर सकते हो। कल नूं तुहाडी चीज़ जो अपनी क्लास होएगी उस दे विच आपां तुहानू ये दसांगे कि तुहानू इस दे विचों प्रश्न किस तरह के बनणगे। अज की ट्रिक दे विच तुसीं इन्हां दी सीकुएंस ही याद करनी हैगी कि किहड़ा अखर किनवें नंबर ते आउंदा हैगा ते किहड़ा अखर किनवें नंबर ते आउंदा हैगा। ये तुहानू सीधी ए बी सी दे विच भी याद कर लेना ते उल्टी ए बी सी दे विच भी याद कर लेना। उन्हां दे ओपोजिट लैटरस याद कर लेने कि जे दा ओपोजिट की हुंदा हैगा, क्यू हुंदा हैगा। 26 ने जी, सीधी दे विच 13वां आ हुंदा हैगा, उल्टी दे विच 13वां ए हुंदा हैगा, ठीक है जी। इस तरह तुसीं ने यह याद कर लेने गे। तो कल की क्लास के तुहानू जो अपनी तुसीं क्लास लगाओगे तुहानू ये पता होना चाहिए कि किनवें नंबर ते किहड़ा अखर हुंदा, तुहानू कापी देख के सवाल दे विचों आंसर ना करना पवे। सो ये सी अपनी अज की क्लास मैंटल एबिलिटी दी, जो कि कोडिंग रिकॉर्डिंग का अपना अज का चैप्टर चल रहेगा। ये तुहानू बिल्कुल बेसिक तो अपनी यह क्लास स्टार्ट करवाई गई हैगी। जिन्होंने कोडिंग रिकॉर्डिंग का मतलब भी नहीं पता वो इस क्लास के विचों बहुत कुछ सीखणगे। आपां पूरे हाई लेवल तक इसनूं क्लास नूं लैके जाणेगा। तुहानू जीके
जीके दी क्लास भी अपने चैनल ते मिलती रहंदी हैगी। इस तो बिना मैथेमैटिक्स दी जो मैंसूरेशन चल रही हैगी, होर भी आपां बेसिक तो भी मैथेमैटिक्स नूं होर स्टार्ट करांगे, नंबर सिस्टम तो लैके जित्थों भी आपां नूं तो कीता गया। ते जो रीजनिंग दी ये अपनी क्लास ये आपां नूं स्टार्टिंग तो तुहानूं करवाई रखी है कि ਇਹ ਤੁਹਾਨੂੰ ਪੰਜਾਬ ਪਟਵਾਰੀ, ਪੰਜਾਬ ਪੁਲਿਸ ਜੋ ਹੋਰ ਵੀ ਪੇਪਰ ਹੋਣੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਕੰਮ ਆਵੇਗੀ। ਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਦੀ ਪੂਰੀ ਤਿਆਰੀ ਕਰ ਸਕਣ, ज़्यादा ਸਮਾਂ ਨਾ ਖਰਾਬ ਹੋਵੇ ਉਹਨਾਂ ਦਾ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਦੀ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਤੇ ਸਭ ਤੋਂ ਪਹਿਲਾਂ ਕਲਾਸ ਨੂੰ ਦੇਖਣ ਲਈ ਆਪਣੇ ਬੈਲ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਸੋ ਹੁਣ ਤੱਕ ਕਲਾਸ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ